ਜਦੋਂ ਤੋਂ ਹਾਈ ਕੋਰਟ ਵੱਲੋਂ ਰਾਜਾ ਵੜਿੰਗ ਦੇ ਹੁਕਮਾਂ ਨੂੰ ਪਲਟ ਦਿੱਤਾ ਉਦੋਂ ਤੋਂ ਸਿਆਸਤ ਸਰਗਰਮ ਹੋ ਗਈ ਹੈ ਤੇ ਅਕਾਲੀ ਦਲ ਇਸ ਫੈਸਲੇ ਨਾਲ ਖੁਸ਼ ਨਜ਼ਰ ਆ ਰਿਹਾ ਹੈ ਤੇ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਵੱਧਦੀਆਂ ਦਿਖਾਈ ਦੇ ਰਹੀਆਂ ਹਨ। ਉੱਥੇ ਹੀ ਰਾਜਾ ਵੜਿੰਗ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਗਿਆ ਕਿ ਉਹ ਹਾਈ ਕੋਰਟ ਦੇ ਨੋਟਿਸ ਦਾ ਜਵਾਬ ਦੇਣਗੇ ਤੇ ਵੜਿੰਗ ਵੱਲੋਂ ਸੁਖਬੀਰ ਸਿੰਘ ਬਾਦਲ ਤੇ ਨਿਸ਼ਾਨਾ ਸਾਧਦਿਆਂ ਕਿਹਾ ਗਿਆ ਕਿ ਬੁਖਲਾਹਟ ਵਿੱਚ ਸੁਖਬੀਰ ਬਾਦਲ ਇੱਕ 14 ਸਾਲੇ ਗੱਭਰੂ ਦੀ ਤਰ੍ਹਾਂ ਗੱਲਾਂ ਕਰਦਾ ਹੈ ਤੇ ਸੁਖਬੀਰ ਨੂੰ ਆਪਣੀ ਉਮਰ ਦਾ ਹਿਸਾਬ ਲਗਾ ਲੈਣਾ ਚਾਹੀਦਾ ਹੈ। ਉਹਨਾਂ ਨੂੰ ਇਦਾਂ ਦੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ ਜਿਸ ਨਾਲ ਕਿਸੇ ਦੇ ਮਾਨ ਸਨਮਾਨ ਨੂੰ ਸੱਟ ਵੱਜੇ। ਇਸ ਦੇ ਨਾਲ ਹੀ ਹੋਰ ਕੀ ਕੁਝ ਕਿਹਾ ਗਿਆ ਰਾਜਾ ਵੜਿੰਗ ਵੱਲੋਂ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। नोटिस हो जाना ਉਹਦਾ ਮਤਲਬ ਇਹ ਨਹੀਂ ਹੈ ਕਿ ਕੋਈ ਵਿਅਕਤੀ ਗੁਨੇਗਾਰ ਹੈ ਉਹਨੂੰ ਗੁਨੇਗਾਰ ਠਹਿਰਾ ਦਿੱਤਾ ਗਿਆ ਜਾਂ ਅਕਿਊਜ਼ਡ ਕਰ ਦਿੱਤਾ ਗਿਆ। ਨੋਟਿਸ ਹੋਇਆ ਜਦ ਕਿ ਉਹਦੇ ਵਿੱਚ ਕਿਸੇ ਤਰੀਕੇ ਦੀ ਕੋਈ ਇੰਟਰਮ ਨਹੀਂ ਮਿਲੀ, ਸਟੇ ਨਹੀਂ ਮਿਲਿਆ ਔਰ ਉਹਦਾ ਅਸੀਂ ਰਿਪਲਾਈ ਫਾਈਲ ਕਰਨਾ ਹੈ ਫਰਾਈਡੇ ਨੂੰ ਜੱਜ ਸਾਹਿਬ ਦੇ ਸਾਹਮਣੇ। ਸੋ ਮੈਨੂੰ ਲੱਗਦਾ ਕਿ ਜੋ ਰਿਪਲਾਈ ਅਸੀਂ ਫਾਈਲ ਕਰਾਂਗੇ ਤਾਂ ਨੋਟਿਸ ਜਿਹੜਾ ਹੋਇਆ ਉਹ ਵਿਡਰਾ ਹੋ ਜਾਏਗਾ, ਉਮੀਦ ਹੈ। ਨਾਲ ਦੀ ਨਾਲ ਕੱਲ ऑर्बिट एविएशन ने ਅੱਜ ਸੁਖਬੀਰ ਸਿੰਘ ਬਾਦਲ ਕਹਿ ਰਹੇ ਸੀ ਕਿ ਇਟਸ ਅ ਵੈਂਡੇਟਾ ਪੋਲਿਟਿਕਸ, ਸਾਡੀਆਂ ਬੱਸਾਂ ਫੜ ਲਈਆਂ। ਕਈ ਚੈਨਲਸ ਤੇ ਉਹਨਾਂ ਨੇ ਆਪਦੀ ਇੰਟਰਵਿਊ ਦਿੱਤੀ ਕਿ ਇਹ ਜ਼ਾਸਤੀ ਹੋ ਰਹੀ ਹੈ, ਧੱਕਾ ਹੋ ਰਿਹਾ ਹੈ ਔਰ ਮੇਰੇ ਖਿਲਾਫ ਵੀ ਕਈ ਮੰਚ ਤੇ ਬੋਲਿਆ ਗਿਆ ਕਿ ਇਹ ਮੰਤਰੀ ਨੂੰ ਸੰਤਰੀ ਬਣਾ ਦੇਵਾਂਗਾ। ਇਹ ਮੈਂ ਥੋੜੇ ਦਿਨਾਂ ਨੂੰ ਇਹ ਤੁਸੀਂ ਵੇਖਿਓ ਵੜਿੰਗ ਸੜਕਾਂ ਤੇ ਭੱਜੇਗਾ। ਉਹੀ ਪੁਰਾਣੀ ਸ਼ਬਦਾਵਲੀ, ਉਹੀ ਪੁਰਾਣੇ ਡਰਾਵੇ, ਉਹੀ ਪੁਰਾਣੀਆਂ ਗੱਲਾਂ ਜਿਹੜੀਆਂ ਕਿ ਇੱਕ ਨੌਜਵਾਨ 14 ਸਾਲ ਦਾ ਲੜਕਾ ਜਿਹੋ ਜਿਹੀਆਂ ਗੱਲਾਂ ਕਰਦਾ ਹੈ, ਇਹ 60 ਸਾਲ ਦਾ ਵਿਅਕਤੀ ਸੁਖਬੀਰ ਸਿੰਘ ਬਾਦਲ ਉਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਜਿੱਥੇ ਜਾਂਦੇ ਨੇ ਮੇਰੇ ਪਾਸ ਲਾਲ ਡਾਇਰੀ ਹੈ, ਮੈਂ ਦੇਖ ਲਾਂਗਾ, ਚੱਕ ਦਿਆਂਗਾ, ਮਾਰ ਦਿਆਂਗਾ, ਠੋਕ ਦਿਆਂਗਾ। ਔਰ ਅਗਰ ਇਹੋ ਜਿਹੇ ਲੋਕ ਪੰਜਾਬ ਦੇ ਮੁੱਖ ਮੰਤਰੀ ਬਣ ਜਾਣ ਤਾਂ ਪੰਜਾਬ ਦਾ ਕੀ ਹਾਲਾਤ ਹੋਣਗੇ ਇਹ ਤੁਸੀਂ ਕਲਪਨਾ ਕਰ ਸਕਦੇ ਹੋ। ਮੈਂ ਉਹਨਾਂ ਦੀ ਸ਼ਬਦਾਵਲੀ ਦਾ ਜਵਾਬ ਦੇ ਸਕਦਾ ਹੈ ਉਹਨਾਂ ਦੇ ਵਾਂਗੂ, ਲੇਕਿਨ ਬਤੌਰ ਮੰਤਰੀ ਹੁੰਦਿਆਂ ਮੈਨੂੰ ਇਹੋ ਜਿਹੀ ਮਾੜੀ ਸ਼ਬਦਾਵਲੀ ਮੈਨੂੰ ਲੱਗਦਾ ਸ਼ੋਭਾ ਨਹੀਂ ਦੇਗੀ ਜੋ ਉਹ ਵਰਤਦੇ ਨੇ। ਮੈਂ ਕਾਨੂੰਨੀ ਤੇ ਜਾਇਜ਼ ਲੜਾਈ ਲੜ ਰਿਹਾ ਜੋ ਵੀ ਹੈ। ਮੈਂ ਉਹਨਾਂ ਦੀਆਂ ਬੱਸਿਸ ਇਸ ਕਰਕੇ ਫੜੀਆਂ ਸੀ ਕਿ ਉਹਨਾਂ ਨੇ ਟੈਕਸ ਦੇਣਾ ਸੀਗਾ। ਅਸੀਂ ਉਹਨਾਂ ਦੇ ਪਰਮਿਟਸ ਇਸ ਕਰਕੇ ਰੱਦ ਕੀਤੇ ਗਏ ਸਨ ਕਿ ਉਹਨਾਂ ਨੇ ਟੈਕਸ ਦੇਣਾ ਸੀ ਔਰ ਟੈਕਸ ਵੀ ਕਿੰਨਾ ਦੇਣਾ ਸੀ ਪੰਜਾਬ ਦਾ 14 ਕਰੋੜ ਰੁਪਇਆ। ਮੈਂ 12 ਤਰੀਕ ਨੂੰ ਇੰਟੈਗਰਲ ਕੋਚਿਸ ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ 32 ਪਰਮਿਟਸ ਅਸੀਂ ਹਿੱਟ ਕੀਤੇ ਸੀ, ਕੈਂਸਲ ਕੀਤੇ ਸੀ, ਜਿਨ੍ਹਾਂ ਨੂੰ ਮਾਨਯੋਗ ਹਾਈ ਕੋਰਟ ਨੇ ਹਜੇ ਤੱਕ ਕੋਈ ਫੁੱਲ ਫਲੈਜ ਪਰਮਿਸ਼ਨ ਨਹੀਂ ਦਿੱਤੀ, ਪ੍ਰੋਵੀਜ਼ਨਲੀ ਉਹਨਾਂ ਨੂੰ ਅਪਲਾਈ ਕਰਨ ਦਾ ਮੌਕਾ ਦਿੱਤਾ ਹੈ ਨੈਕਸਟ ਹੀਅਰਿੰਗ ਤੱਕ। ਇਹ ਨਹੀਂ ਕਹਿ ਦਿੱਤਾ ਗਿਆ ਕਿ ਇਹ ਬਿਲਕੁਲ ਜਾਇਜ਼ ਨਹੀਂ ਹੋਇਆ, ਪ੍ਰੋਵੀਜ਼ਨਲੀ ਅਪਲਾਈ ਕਰਨ ਦਾ ਮੌਕਾ ਦਿੱਤਾ ਹੈ। ਔਰ ਜਿਹੜੇ ਮੈਂ ਉਹ ਪਰਮਿਟਸ ਉਹਨਾਂ ਦੇ ਰੱਦ ਕੀਤੇ ਸੀ, ਉਹਨਾਂ ਨੇ 14 ਕਰੋੜ ਰੁਪਇਆ ਪੰਜਾਬ ਸਰਕਾਰ ਦਾ ਦੇਣਾ ਸੀ, ਇਸ ਕਰਕੇ ਉਹ ਪਰਮਿਟਸ ਰੱਦ ਕੀਤੇ ਗਏ। ਔਰ 12 ਤਰੀਕ ਨੂੰ ਅਸੀਂ ਪਰਮਿਟਸ ਰੱਦ ਕੀਤੇ ਗਏ ਤੇ ਉਹਨਾਂ ਨੇ ਫਿਰ 13 ਨੂੰ, 14 ਨੂੰ ਤੇ ਅੰਤਿਮ 15 ਤੱਕ ਉਹਨਾਂ ਨੇ ਸਾਰੇ ਦੇ ਸਾਰੇ ਪੈਸੇ ਭਰਾ ਦਿੱਤੇ ਗਏ। ਸੋ ਇਸ ਕਰਕੇ ਉਹ ਲੋਕ ਕੋਰਟ 'ਚ ਗਏ। ਪਰ ਜਿਹੜੇ ਅਸੀਂ ਪਰਮਿਟਸ ਰੱਦ ਕੀਤੇ ਹੈ, ਮੋਟਰ ਵਹੀਕਲ ਐਕਟ ਦੇ ਵਿੱਚ ਇਹ ਪ੍ਰੋਵੀਜ਼ਨ ਹੈਗੀ ਹੈ 103 ਦੇ ਅੰਦਰ, ਅਗਰ ਕੋਈ ਟੈਕਸ ਡਿਫਾਲਟਰ ਹੈਗਾ ਤਾਂ ਅਸੀਂ ਉਹਦੇ ਪਰਮਿਟਸ ਰੱਦ ਕਰ ਸਕਦੇ ਹਾਂ। ਸੁਖਬੀਰ ਸਿੰਘ ਬਾਦਲ ਦੀ ਅੱਜ ਮੈਂ ਕਿਤੇ ਇੰਟਰਵਿਊ ਸੁਣ ਰਿਹਾ ਸੀ ਕਿਸੇ ਚੈਨਲ ਤੇ, ਉਹ ਇਹ ਵੀ ਕਹਿ ਰਹੇ ਸਨ ਕਿ ਵਿਦਆਊਟ ਨੋਟਿਸ ਸਾਡੇ ਪਰਮਿਟਸ ਰੱਦ ਕਰ ਦਿੱਤੇ ਗਏ। ਨੋਟਿਸ ਦੇਣ ਦਾ ਮਤਲਬ ਕਿ ਵਿਅਕਤੀ ਨੂੰ ਪਤਾ ਨਹੀਂ ਹੈ, ਉਹਨੂੰ ਨੋਟਿਸ ਦਿੱਤਾ ਗਿਆ। ਲੇਕਿਨ ਪਿਛਲੇ 2 ਮਹੀਨਿਆਂ ਤੋਂ ਮੈਂ ਉਹਨਾਂ ਦੀਆਂ ਬੱਸਿਸ, ਪੂਰੇ ਪੰਜਾਬ ਦੇ ਵਿੱਚ ਬੱਸਿਸ ਅਸੀਂ ਵਿਦਆਊਟ ਟੈਕਸ ਇੰਪਾਊਂਡ ਕਰ ਰਹੇ ਹਾਂ। ਅੱਜ ਤੋਂ 25 ਦਿਨ ਪਹਿਲਾਂ ਅਸੀਂ ਰਾਜਧਾਨੀ ਦੀ ਬੱਸਿਸ ਜਿਹੜੀਆਂ ਕਿ ਰਾਜਧਾਨੀ ਜਿਹੜੀ ਬੱਸ ਹੈ ਉਹ ਵੀ ਸੁਖਬੀਰ ਸਿੰਘ ਬਾਦਲ ਹੀ ਉਹਦਾ ਮਾਲਿਕ ਹੈ, ਹੁਸ਼ਿਆਰਪੁਰ ਰਜਿਸਟਰ ਹੈ। ਅਸੀਂ ਉਹ ਬੱਸਿਸ ਫੜੀਆਂ ਸੀ,
वो कंपनी अलग है लेकिन बिलोंग्स टू बादल ओनली। ਉਹਨਾਂ ਦਾ ਇਹਨਾਂ ਨੇ 2.25 ਕਰੋੜ ਰੁਪਇਆ ਉੱਥੇ ਦਿੱਤਾ ਤੇ ਬੱਸਾਂ ਆਪਦੀਆਂ ਸਾਥੋਂ ਛੁਡਵਾਈਆਂ। ਅਸੀਂ ਪਰਮਿਟ ਰੱਦ ਨਹੀਂ ਕੀਤੇ, ਅਸੀਂ ਟੈਕਸ ਭਰਵਾਇਆ ਤੇ ਰਾਜਧਾਨੀ ਨੂੰ ਛੱਡ ਦਿੱਤਾ ਗਿਆ। ਜਿਹੜੀਆਂ ਇਹ ਬੱਸਿਸ ਇਹਨਾਂ ਨੂੰ ਪਤਾ ਸੀ ਕਿ ਅਸੀਂ ਟੈਕਸ ਡਿਫਾਲਟਰ ਹਾਂ 2 ਮਹੀਨਿਆਂ ਦੇ, ਵਾਰ-ਵਾਰ ਵਾਰਨਿੰਗਸ ਦੇਣ ਤੋਂ ਬਾਅਦ ਬੱਸਿਸ ਫੜਨ ਤੋਂ ਬਾਅਦ ਵੀ ਇਹਨਾਂ ਨੇ ਟੈਕਸ ਨਹੀਂ ਭਰਿਆ। ਫਿਰ ਅੰਤਿਮ ਸਾਨੂੰ ਇਹ ਫੈਸਲਾ ਲੈਣਾ ਪਿਆ ਕਿ 14 ਕਰੋੜ ਰੁਪਏ ਦਾ ਜਿਹੜੇ ਮੇਜਰ ਡਿਫਾਲਟਰਸ ਨੇ, ਹੁਣ ਤੁਸੀਂ ਇਹ ਕਹੋਗੇ ਕਿ ਵਾਈ ਓਨਲੀ ਬਾਦਲਸ, ਨਿਊਦੀਪ, ਮਾਲਵਾ ਜਿਹੜੇ ਮੇਜਰ ਡਿਫਾਲਟਰ ਸੀਗੇ। ਦੂਸਰੇ ਤਾਂ ਛੋਟੇ ਛੋਟੇ ਟਰਾਂਸਪੋਰਟਰ ਨੇ ਜਿਨ੍ਹਾਂ ਦੀਆਂ 2-2 ਬੱਸਿਸ ਨੇ, ਕਿਸੇ ਦਾ 2 ਲੱਖ ਦਾ ਡਿਫਾਲਟਰ ਹੈ, ਕੋਈ 5 ਲੱਖ ਦਾ ਡਿਫਾਲਟਰ ਹੈ। ਇਹ ਵਿਅਕਤੀ ਜਿਹੜਾ ਰਾਜਨੀਤੀ ਸੇਵਾ ਦੀ ਗੱਲ ਕਰਦੇ ਸਨ, ਇਹ 14 ਕਰੋੜ ਦਾ ਡਿਫਾਲਟਰ ਸੀ। ਇਸ ਕਰਕੇ ਸਭ ਤੋਂ ਪਹਿਲਾਂ ਮੇਰਾ ਫਰਜ਼ ਬਣਦਾ ਸੀ ਕਿ ਉਹਨਾਂ ਲੋਕਾਂ ਤੇ ਕਾਰਵਾਈ ਕਰਨ ਦਾ। ਇਹ ਕੋਈ ਵੈਂਡੇਟਾ ਪੋਲਿਟਿਕਸ ਨਹੀਂ ਹੈ। ਸੋ ਇਸ ਕਰਕੇ ਇਹਨਾਂ ਦੀਆਂ ਪਹਿਲੀ ਕਾਰਵਾਈ ਇਹਨਾਂ ਤੇ ਹੋਈ। ਸੋ ਦੂਸਰੀ ਅੱਜ ਇੱਕ ਬਹੁਤ ਵੱਡੀ ਮਹੱਤਵਪੂਰਨ ਜਿਹੜਾ ਮੈਂ ਸਮਝਦਾ ਕਿ ਸਾਡੇ ਵਾਸਤੇ ਬੜਾ ਔਰ ਪੰਜਾਬ ਦੀ ਜਨਤਾ ਵਾਸਤੇ, ਪੰਜਾਬ ਦੇ ਲੋਕਾਂ ਵਾਸਤੇ, ਹਮੇਸ਼ਾ ਜਿਹੜੀਆਂ ਆਪੋਜੀਸ਼ਨਸ ਪਾਰਟੀਆਂ ਉਹੀ ਸਾਡੇ ਤੇ ਸਵਾਲ ਚੁੱਕਦੀਆਂ ਰਹੀਆਂ ਕਿ ਤੁਸੀਂ ਜਸਟਿਸ ਸੂਰਿਆਕਾਂਤ ਦੇ ਫੈਸਲੇ ਦਾ ਕੀ ਕੀਤਾ, ਦੂਸਰੀਆਂ ਮਲਟੀਪਲ ਐਕਸਟੈਂਸ਼ਨ ਦਾ ਕੀ ਕੀਤਾ। ਜਦ ਕਿ ਮੈਂ ਆਉਂਦਿਆਂ ਸਾਰ ਸਪੀਕਿੰਗ ਆਰਡਰ ਪਾਸ ਕਰਕੇ ਅਸੀਂ ਉਹ ਮਲਟੀਪਲ ਐਕਸਟੈਂਸ਼ਨਸ ਰੱਦ ਕਰ ਦਿੱਤੀਆਂ ਗਈਆਂ ਸਨ। ਉਹ 1 ਲੱਖ ਕਿਲੋਮੀਟਰ ਹੈ, 1 ਲੱਖ ਕਿਲੋਮੀਟਰ ਮਲਟੀਪਲ ਐਕਸਟੈਂਸ਼ਨਸ, ਜਿਹਦੀ ਵਾਰ-ਵਾਰ ਗੱਲ ਪੰਜਾਬ ਦੀ ਵਿਧਾਨ ਸਭਾ 'ਚ ਉੱਠੀ, ਉਹ ਅਸੀਂ ਮੁਕੰਮਲ ਤੌਰ ਤੇ ਰੱਦ ਕਰਤੀ ਸੀ। ਰੱਦ ਕਰਨ ਤੋਂ ਬਾਅਦ ਇਹ ਲੋਕ ਹਾਈ ਕੋਰਟ ਦੇ ਵਿੱਚ ਕੁਝ ਲੋਕ ਗਏ। ਹਾਈ ਕੋਰਟ ਨੇ ਕਿਹਾ ਕਿ ਤੁਸੀਂ ਸਟੈਟ ਦੇ ਵਿੱਚ ਟ੍ਰਿਬਿਊਨਲ ਦੇ ਵਿੱਚ ਜਾਓ। ਫਿਰ ਉੱਥੇ ਸਭ ਤੋਂ ਪਹਿਲਾਂ ਟ੍ਰਿਬਿਊਨਲ ਦੇ ਅੰਦਰ ਜਿਹੜੇ ਕਿ ਇੱਕ ਸਿਟਿੰਗ ਜੱਜ, ਜਿਹੜੇ ਸੈਸ਼ਨ ਜੱਜ ਉਹਨੂੰ ਹੈਡ ਕਰਦੇ ਨੇ, ਜੁਝਾਰ ਟਰਾਂਸਪੋਰਟ ਪੈਸੇਂਜਰ ਡੇਲੀ ਪੋਸਟ ਦੇ ਮਾਲਕ, ਕੇਬਲ ਮਾਫੀਆ ਦਾ ਮਾਲਕ, ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ, ਉਹ ਲੋਕ ਫਿਰ ਸਟਾਰਟ 'ਚ ਗਏ ਤੇ ਸਟਾਰਟ ਨੇ ਉਹਦੇ ਤੇ ਸਟੇ ਲਗਾ ਦਿੱਤਾ ਗਿਆ। ਫਿਰ ਹੋਰ ਵੀ ਕਈ ਲੋਕ ਉਹਨਾਂ ਦੇ ਨਾਲ 114 ਅਪੀਲਸ ਦਾਇਰ ਹੋਈਆਂ ਸਟੇਟ ਦੇ ਵਿੱਚ, ਕਿਉਂਕਿ ਜਿਹੜੇ ਸਾਡਾ ਟੋਟਲ ਸੀਗਾ ਇਹ 806 ਪਰਮਿਟ ਸੀਗੇ ਜਿਹੜੇ ਅਸੀਂ ਰੱਦ ਕੀਤੇ ਤੇ 682 ਆਰਡਰ ਅਸੀਂ ਇਹਨਾਂ ਦੇ ਕੀਤੇ ਸੀ, ਇਹਨਾਂ ਦੇ ਖਿਲਾਫ 806 ਪਰਮਿਟਸ ਦੇ ਖਿਲਾਫ। ਤੇ ਇਹਨਾਂ ਦੇ ਵਿੱਚੋਂ 114 ਕੰਪਨੀਆਂ ਜਿਹੜੀਆਂ ਸੀ ਉਹ ਸਟਾਰਟ ਦੇ ਵਿੱਚ ਗਈਆਂ, ਜਿਹਦੇ ਵਿੱਚ ਲੀਡ ਕੇਸ ਸੀਗਾ ਜੁਝਾਰ ਟਰਾਂਸਪੋਰਟ ਪੈਸੇਂਜਰ, ਜਿਹਨੂੰ ਸਟੇ ਕੀਤਾ ਗਿਆ। ਜੇ ਇੱਕ ਸਟੇ ਹੋਇਆ ਤਾਂ ਫਿਰ ਆਟੋਮੈਟਿਕਲੀ ਦੂਸਰੀਆਂ ਵੀ ਸਟੇ ਹੁੰਦੀਆਂ ਗਈਆਂ।